ਅਸੀਂ ਵੀ ਕਹਿ ਦਾਂਗੇ ਕੰਪਰੋਮਾਈਜ਼ ਕਰ ਲਾਂਗੇ ਤੇ ਫਿਰ ਸਾਨੂੰ ਵੀ ਉਹੀ ਪੁਰਾਣਿਆਂ ਵਿੱਚ ਗਿਣਿਆ ਜਾਵੇਗਾ। ਇਸ ਤੋਂ ਇਲਾਵਾ ਕੰਕਲੂਡ ਕਰੋ ਸਪੀਕਰ ਸਾਹਿਬ, ਜਿਹੜੇ ਦੂਜੇ ਪਾਸੇ ਬੋਲੇ ਸੀ ਉਹਨਾਂ ਦਾ ਟਾਈਮ ਦੇਖੋ ਜਰਾ। ਟਾਈਮ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਆ, ਤੁਸੀਂ ਥੋੜਾ ਜਿਹਾ ਦੇਖੋ। ਯੂ ਆਰ ਅ ਵੈਰੀ ਫੇਅਰ ਪਰਸਨ ਐਜ਼ ਫਾਰ ਐਜ਼ ਆਈ ਨੋ ਯੂ, ਆਈ ਨੋ ਯੂ ਪਰਸਨਲੀ ਆਲਸੋ। ਸਾਹਿਬ, ਚੰਡੀਗੜ੍ਹ ਬਣਿਆ ਕਿੱਥੇ ਹੈ? ਬੁੱਧਰਾਮ ਜੀ ਨੇ ਕਿਹਾ ਪੰਜਾਬ ਦੇ ਪਿੰਡ ਉਜਾੜੇ ਗਏ। ਇੱਥੇ ਤਾਂ 1 ਇੰਚ ਵੀ ਧਰਤੀ ਹਿੰਦੀ ਸਪੀਕਿੰਗ ਨਹੀਂ ਸੀਗੀ, ਫਿਰ ਦੇਤਾ ਚੱਕ ਕੇ ਹਰਿਆਣੇ ਨੂੰ। ਇਹ ਸਾਰੇ ਪਿੰਡ ਖਰੜ ਤਹਿਸੀਲ ਦੇ ਵਿੱਚ ਅਧੀਨ ਆਉਂਦੇ ਸੀਗੇ। ਸਾਡੀ ਜ਼ਮੀਨ ਤੇ ਬਣਿਆ, ਸਾਡੇ ਵਾਸਤੇ ਬਣਿਆ। 1948 ਚ ਕਨਸੀਵ ਕੀਤਾ ਗਿਆ। ਪੰਜਾਬ ਦੀ ਰਾਜਧਾਨੀ ਬਣਿਆ, ਜਿੱਦਾਂ ਕਹਿਤਾ ਪੇਰੈਂਟ ਸਟੇਟ। ਜਦੋਂ ਵੀ ਝਗੜਾ ਹੋਇਆ 2 ਸਟੇਟਾਂ ਵਿੱਚ, ਕੋਈ ਵੀ ਕੈਪੀਟਲ ਜਿਹੜਾ ਸੀਗਾ ਉਹ ਪੇਰੈਂਟ ਸਟੇਟ ਨੂੰ ਰਿਟਰੀਵ ਹੋਇਆ, ਚਾਹੇ ਉਹ ਬੰਬੇ ਹੋਵੇ ਜਾਂ ਹੋਰ ਤੁਸੀਂ ਕੋਟ ਕੀਤੇ ਬਹੁਤ ਸਾਰੇ। ਅੱਜ ਦੇ ਇਸ ਬੜੇ ਅਹਿਮ ਮਤੇ ਦੇ ਹੱਕ ਵਿੱਚ ਖੜਾ ਹੋਇਆ ਜੀ ਸਪੋਰਟ ਕਰਨ ਲਈ। ਮੇਰੇ ਤੋਂ ਪਹਿਲਾਂ ਬਹੁਤ ਮੈਨੇ ਖੇਸ ਗੱਲਾਂ ਹੋਈਆਂ ਨੇ, ਉਹਨਾਂ ਸਾਰੀਆਂ ਗੱਲਾਂ ਦੀ ਮੈਂ ਤਾਇਦ ਕਰਦਾ। ਸਪੀਕਰ ਸਾਹਿਬ, ਇਤਿਹਾਸ ਗਵਾਹ ਵਾ ਕਿ ਇਹ ਜਿਹੜੀ ਧਰਤੀ ਹੈ ਪੰਜਾਬ ਦੀ, ਇਹ ਸਾਡੇ ਗੁਰੂ ਸਾਹਿਬਾਨ ਦੇ ਖੂਨ ਨਾਲ, ਛੋਟੇ ਛੋਟੇ ਸਾਹਿਬਜ਼ਾਦਿਆਂ ਦੇ ਖੂਨ ਨਾਲ, ਪੀਰਾਂ ਪੈਗੰਬਰਾਂ ਦੇ ਖੂਨ ਨਾਲ ਸਿੰਜੀ ਹੋਈ ਧਰਤੀ ਹੈ। ਇਸ ਨੂੰ ਨਿਸ਼ਾਨੇ ਤੇ ਇਸ ਲਈ ਲਿਆ ਜਾਂਦਾ ਵਾ ਕਿਉਂਕਿ ਜਿਹੜੇ ਸੰਸਕਾਰ ਜੋ ਸਾਨੂੰ ਸਾਡੇ ਪੁਰਖੇ ਤੇ ਸਾਡੇ ਗੁਰੂ ਸਾਹਿਬਾਨ ਦੇ ਕੇ ਗਏ ਨੇ ਕਿ ਅਸੀਂ ਹਮੇਸ਼ਾ ਬੇਇਨਸਾਫੀ ਦੇ ਖਿਲਾਫ, ਤਸ਼ੱਦਦ ਦੇ ਖਿਲਾਫ ਔਰ ਜ਼ੁਲਮ ਦੇ ਖਿਲਾਫ ਹਮੇਸ਼ਾ ਲੜੇ। ਚਾਹੇ ਉਹ ਲੜਾਈ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਦੀ ਹੋਵੇ, ਤੇ ਚਾਹੇ ਉਹ ਲੜਾਈ ਦੇਸ਼ ਦੀ ਆਜ਼ਾਦੀ ਵਾਸਤੇ ਅੰਗਰੇਜ਼ਾਂ ਦੀ ਸਰਕਾਰ ਦੇ ਖਿਲਾਫ ਹੋਵੇ, ਚਾਹੇ ਉਹ ਗਦਰੀ ਬਾਬਿਆਂ ਨੇ ਲੜੀ ਹੋਵੇ, ਚਾਹੇ ਉਹ ਬੱਬਰ ਅਕਾਲੀਆਂ ਨੇ ਲੜੀ ਹੋਵੇ, ਚਾਹੇ ਉਹ ਕੂਕਾ ਮੂਵਮੈਂਟ ਦੇ ਰਾਹੀਂ ਲੜੀ ਹੋਵੇ। ਅਫਸੋਸ ਸਿਰਫ ਇਸ ਗੱਲ ਦਾ ਵਾ ਕਿ ਬਜਾਏ ਸਾਨੂੰ ਇਨਾਮ ਦੇਣ ਦੇ, ਸਾਨੂੰ ਹਮੇਸ਼ਾ ਨਿਸ਼ਾਨੇ ਤੇ ਲੈ ਕੇ ਤੇ ਸਬਕ ਸਿਖਾਉਣ ਦੀ ਨੀਤੀ ਚੱਲਦੀ ਆਈ ਹੈ। ਮੈਂ ਭਾਵਾਂ ਕਿ ਅੱਜ ਕਾਂਗਰਸ ਵਿੱਚ ਇੱਥੇ ਖੜਾ ਵਾਂ, ਪਰ ਇਤਿਹਾਸ ਤਾਂ ਕਿਸੇ ਨੂੰ ਬਖਸ਼ੇਗਾ ਨਹੀਂ ਨਾ। Posterity, when history will be written, every flaw of every government will be taken on record. ਇਸ ਲਈ ਮੈਂ ਜੋ ਸਾਡੇ ਸੂਬੇ ਦੇ ਨਾਲ, ਅਗਰ ਫਰਜ਼ ਕਰੋ ਸੋਚ ਕੇ ਦੇਖੋ, ਜੇ ਕਿਤੇ ਉਹ ਛੋਟੇ ਛੋਟੇ ਸਾਹਿਬਜ਼ਾਦੇ ਉਦਣ ਆਪਣੇ ਨੀਹਾਂ 'ਚ ਨਾ ਚਿਣੇ ਜਾਂਦੇ ਤੇ ਕਬੂਲ ਲੈਂਦੇ ਇਸਲਾਮ, ਕੀ ਭਾਰਤ ਸ਼ਕਲ ਇਹ ਹੋਣੀ ਸੀ? ਜੇ ਸ਼ਹੀਦ ਭਗਤ ਸਿੰਘ ਵਰਗੇ ਤੇ ਜੇ ਪੰਜਾਬ ਦੇ ਬਹਾਦਰ ਲੋਕ ਉਸ ਵਕਤ ਅੰਗਰੇਜ਼ਾਂ ਦੇ ਨਾਲ ਦੇ ਖਿਲਾਫ ਲੜਾਈ ਨਾਲ ਲੜਦੇ ਤੇ ਕੀ ਭਾਰਤ ਦੀ ਸ਼ਕਲ ਇਹ ਹੋਣੀ ਸੀਗੀ? ਇਹ ਅਲੱਗਾ ਹੀ ਹੋਣਾ ਸੀ ਦੇਸ਼। ਔਰ ਸਭ ਤੋਂ ਵੱਡਾ ਜਿਹੜਾ ਜੋ ਮੈਸਿਵ ਪੋਪੂਲੇਸ਼ਨ ਸ਼ਿਫਟ ਹੋਈ ਡਿਊਰਿੰਗ ਪਾਰਟੀਸ਼ਨ, 1.5 ਕਰੋੜ ਦੇ ਕਰੀਬ ਆਬਾਦੀ ਕਤਲੋ ਗਾਰਤ, ਸ਼ਿਫਟਿੰਗ, ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਐਡੀ ਵੱਡੀ ਬਣਿਆ ਬਣਾਇਆ ਸਭ ਕੁਝ, ਜਿੱਦਾਂ ਇੱਥੋਂ ਕਿਹਾ ਗਿਆ ਕਿ ਬਾਹਰ ਦੇ ਇਲਾਕੇ ਵਿੱਚ ਜ਼ਮੀਨਾਂ ਛੱਡ ਕੇ ਇੱਥੇ ਉੱਜੜ ਕੇ ਆਣ ਕੇ ਇਸ ਦੇਸ਼ ਦਾ ਸਾਥ ਦਿੱਤਾ। ਜੇ ਅਗਰ ਨਾ ਦਿੰਦੇ ਤਾਂ ਕੀ ਭਾਰਤ ਦੀ ਸ਼ਕਲ ਇਹ ਹੋਣੀ ਸੀਗੀ? ਬਜਾਏ ਸਾਨੂੰ ਇਨਾਮ ਦੇਣ ਦੇ, ਇੰਨਾ ਮਤਲਬ ਪਿਛਲੇ ਘੱਟੋ ਘੱਟ, ਚਲੋ ਹੁਣ ਤਾਜ਼ੀ ਗੱਲ ਕਰ ਲੈਣੇ ਕਿ 70 ਸਾਲ 72 ਸਾਲ ਜਿੰਨੀ ਦੇਰ ਆਪਣੀ ਆਜ਼ਾਦੀ ਨੂੰ ਹੋ ਗਏ ਆ, ਹਰ ਸਰਕਾਰ ਇਸੇ ਕੰਮ ਤੇ ਉਤਰੀ ਹੋਈ, ਇਹਨਾਂ ਨੂੰ ਬੰਦੇ ਬਣਾਓ। ਇੱਕੋ ਟੀਚਾ ਸਾਰਿਆਂ ਦਾ, ਚਾਹੇ ਸਾਡੀ ਰਾਜਧਾਨੀ, ਚਾਹੇ ਸਾਡੇ ਪਾਣੀ, ਪੰਜਾਬੀ ਬੋਲਦੇ ਇਲਾਕੇ, ਇਹ ਸਾਰਾ ਕੁਝ ਜਿਹੜਾ ਵਾ ਇੱਕ ਵਿਉਂਤਬੰਦੀ ਦੇ ਤਹਿਤ ਹੋ ਰਿਹਾ। ਜਿਨ੍ਹਾਂ ਨੇ ਪਹਿਲਾਂ ਕੀਤਾ ਗਲਤ ਸੀਗਾ, ਉਹ ਗਲਤ ਹੀ ਰਹਿਣਾ ਵਾ, ਚਾਹੇ ਅਸੀਂ ਲੱਖ ਡਿਫੈਂਡ ਕਰ ਲਈਏ ਉਸ ਨੂੰ। ਪਰ ਅਫਸੋਸ ਹੈ ਕਿ ਆ ਹੁਣ ਤਾਜ਼ਾ, ਮੈਨੂੰ ਯਾਦ ਹੈ ਮੇਰੇ ਆਪਣੇ ਇਲਾਕੇ ਚ ਮਾਨਾ ਤਲਵੰਡੀ ਪਿੰਡ ਹੈ ਇੱਕ, ਉੱਥੇ ਅੱਜ ਤੋਂ 4-4.5 ਮਹੀਨੇ ਪਹਿਲਾਂ ਇੱਕ ਲਾਸ਼ ਆਈ ਹੈ ਇੱਕ ਫੌਜੀ ਦੀ, ਸੂਬੇਦਾਰ ਜਸਵਿੰਦਰ ਸਿੰਘ ਦੀ। 20 ਜਵਾਨ ਮਾਰੇ ਗਏ ਜੰਮੂ ਕਸ਼ਮੀਰ ਇੱਕ ਇਨਕਾਊਂਟਰ 'ਚ। ਉਹਨਾਂ ਚੋਂ 20 'ਚ 5 ਪੰਜਾਬ ਦੇ ਸੀ। 5 ਲਾਸ਼ਾਂ ਆਈਆਂ ਪੰਜਾਬ ਦੇ ਵਿੱਚ, ਇੱਕ ਮੇਰੇ ਹਲਕੇ ਦੇ ਵਿੱਚ ਲਾਸ਼ ਆਈ। ਤੇ ਕਿਹਨਾਂ ਦੀ ਲਾਸ਼ ਸੀਗੀ? ਉਹ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਸਾਡੇ ਕਿਸਾਨ, 1.25 ਸਾਲ, ਜਿੱਥੇ ਤਕਰੀਬਨ 600-700 ਬੰਦਾ ਮਰ ਗਿਆ, ਸਿਰਫ ਹੱਕੀ ਗੱਲ ਕਹਿਣ ਵਾਸਤੇ। ਕੁਛ ਅਹਿਸਾਨ ਨਹੀਂ ਮੰਗ ਰਿਹਾ ਸੀਗਾ, ਕੋਈ ਤੋਹਫਾ ਨਹੀਂ ਮੰਗ ਰਿਹਾ ਕੇਂਦਰ ਸਰਕਾਰ ਤੋਂ, ਸਿਰਫ ਆਪਣਾ ਅਧਿਕਾਰ ਮੰਗ ਰਿਹਾ ਸੀਗਾ ਕਿ ਕਾਨੂੰਨ ਸਾਡੇ ਖਿਲਾਫ ਨੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਤੇ ਉਹਨਾਂ ਨੂੰ ਟਿਚਰਾਂ ਹੋ ਰਹੀਆਂ ਸੀ, ਉਹਨਾਂ ਨੂੰ ਝੇਡਾਂ ਕੀਤੀਆਂ ਜਾ ਰਹੀਆਂ ਸੀ ਕਿ ਖਾਲਿਸਤਾਨੀ ਨੇ, ਇਹ ਪਾਕਿਸਤਾਨੀ ਨੇ, ਇਹ ਹੁੱਲੜਬਾਜ਼ ਨੇ, ਇਹ ਨਕਸਲਵਾਦੀ ਨੇ। ਉਹਨਾਂ ਦੇ ਬੱਚੇ ਉੱਥੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਰਾਖੀ ਕਰਦੇ। ਫਰਜ਼ ਕਰੋ ਨਾ ਹੁੰਦੇ, ਫਰਜ਼ ਕਰੋ 1 ਮਿੰਟ ਵਾਸਤੇ ਨਾ ਹੁੰਦੇ, ਕੀ ਬੀਜੇਪੀ ਦੇ ਜਿਹੜੇ ਵਪਾਰੀ ਵਰਗ ਦੇ ਲੋਕ ਨੇ ਉੱਥੇ ਰਾਖੀ ਕਰ ਸਕਦੇ ਸੀਗੇ? ਰਾਖੀ ਇਹ ਕਰਨ ਤੇ ਸਜ਼ਾ ਵੀ ਇਹਨਾਂ ਨੂੰ ਹੋਵੇ। ਤੇ ਪਹਿਲੀ ਵਾਰ ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਮੈਨੂੰ ਨਜ਼ਰ ਆ ਰਿਹਾ ਵਾ। ਸੋ ਇਸ ਲਈ ਮੈਂ ਆ ਜਿਹੜੀ ਤਾਜ਼ੀ ਗੱਲ ਕੀਤੀ ਆ, ਬਹੁਤ ਅੱਛਾ ਕੀਤਾ ਭਗਵੰਤ ਸਿੰਘ ਮਾਨ ਨੇ ਇਨੀਸ਼ੀਏਟਿਵ ਲਿਆ ਕਿ ਇੱਕ ਸੈਸ਼ਨ ਬੁਲਾਇਆ। ਸੈਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ 3.25 ਕਰੋੜ ਪੰਜਾਬ ਦੇ ਆਬਾਦੀ ਦਾ ਸੁਨੇਹਾ ਦੇ ਰਹੇ ਹੋ ਦਿੱਲੀ 'ਚ। ਨਾ ਸੁਣਨ ਉਹਨਾਂ ਦੀ ਮੂਰਖਤਾ ਹੀ ਆ।
ਅਮਨ ਉਹਨਾਂ ਨੇ ਪੜ੍ਹੇ ਕਿ 6 ਵਾਰ ਮਤੇ ਪਾਸ ਕੀਤੇ। ਉਹ ਨਲਾਇਕ ਨੇ ਜਿਹੜੇ ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਕੇ 3.25 ਕਰੋੜ ਆਬਾਦੀ ਨੂੰ ਕਹਿੰਦੇ ਤੁਹਾਡਾ ਕੋਈ ਪਰਵਾਹ ਨਹੀਂ, ਜਿੰਨੇ ਮਰਜ਼ੀ ਮਤੇ ਪਾਸ ਕਰੀ ਚਲੋ। ਪਰ ਇਹਦਾ ਮਤਲਬ ਨਹੀਂ ਕਿ ਆਪਾਂ ਪਿੱਛੇ ਹਟ ਜਾਣਾ, ਪਰ ਲੜਨਾ ਹੈ। ਠੀਕ ਹੈ, ਤੁਸੀਂ ਇੱਥੇ ਵਿਧਾਨ ਸਭਾ 'ਚ ਲੜਾਈ ਲੜੀ ਆ, ਤੁਸੀਂ ਵਿਸ਼ਵਾਸ ਦਵਾਇਆ ਕਿ ਬਾਹਰ ਵੀ ਲੜਾਂਗੇ। ਜਿੱਥੇ ਜਿੱਥੇ ਲੜੋਗੇ ਸਾਡੇ ਮੈਂਬਰ ਸਾਹਿਬਾਨ ਨੇ ਸਾਰਿਆਂ ਨੇ ਕਿਹਾ ਤੁਹਾਡੇ ਨਾਲ ਖੜਾਂਗੇ। ਜਦ ਪੰਜਾਬ ਦੀ ਕੋਈ ਗੱਲ ਆਊਗੀ ਬਿਲਕੁਲ ਪਿੱਛੇ ਨਹੀਂ ਹਟਾਂਗੇ। ਇੱਕ ਛੋਟਾ ਜਿਹਾ ਵੀ ਕਿਤੇ ਕੰਪਰੋਮਾਈਜ਼ ਨਹੀਂ ਨਜ਼ਰ ਆਵੇਗਾ ਤੁਹਾਨੂੰ ਇਸ ਲੜਾਈ ਦੇ ਵਿੱਚ। ਚਾਹੇ ਲੱਖ ਕੇਸ ਬਣਾਈ ਜਾਣ, ਕੋਈ ਸਰਕਾਰਾਂ ਟੱਕੀ ਆਉਣ, ਜਿੰਨਾ ਮਰਜ਼ੀ ਜੋ ਮਰਜ਼ੀ ਕਰੀ ਜਾਣ, ਪਰ ਜਿੱਥੇ ਸਾਡੇ ਸੂਬੇ ਦੀ ਗੱਲ ਆ, ਸਾਡੀ ਭਾਸ਼ਾ ਦੀ ਗੱਲ ਆ, ਸਾਡੇ ਭਵਿੱਖ ਦੀ ਗੱਲ ਹੈਗੀ ਆ, ਉਹ ਆਪਾਂ ਸਭ ਇੱਕ ਥਾਂ ਤੇ ਇਕੱਠੇ ਆ। ਨਹੀਂ ਤਾਂ ਫਿਰ ਆਪਾਂ ਨੂੰ ਅਗਲੀਆਂ ਪੁਸ਼ਤਾਂ ਨਹੀਂ ਕਦੀ ਮਾਫ ਕਰਨੀਆਂ। ਉਹ ਕਹਿਣਗੇ ਨਲਾਇਕ ਬੰਦੇ ਸਾਡੇ ਜਿਹੜੇ ਪੁਰਾਣੇ ਇੱਥੇ ਭੇਜਦੇ ਸੀ ਵਿਧਾਨ ਸਭਾ। ਚੰਡੀਗੜ੍ਹ ਨੇ 2-3 ਗੱਲਾਂ ਹੀ ਕਰਨੀਆਂ ਜੀ। ਪਹਿਲੀ ਗੱਲ ਤਾਂ ਸਪੀਕਰ ਸਾਹਿਬ, ਚੰਡੀਗੜ੍ਹ ਬਣਿਆ ਕਿੱਥੇ ਹੈ? ਬੁੱਧਰਾਮ ਜੀ ਨੇ ਕਿਹਾ ਪੰਜਾਬ ਦੇ ਪਿੰਡ ਉਜਾੜੇ ਗਏ। ਇੱਥੇ ਤਾਂ 1 ਇੰਚ ਵੀ ਧਰਤੀ ਹਿੰਦੀ ਸਪੀਕਿੰਗ ਨਹੀਂ ਸੀਗੀ, ਤੇ ਦੇਤਾ ਚੱਕ ਕੇ ਹਰਿਆਣੇ ਨੂੰ। ਇਹ ਸਾਰੇ ਪਿੰਡ ਖਰੜ ਤਹਿਸੀਲ ਦੇ ਵਿੱਚ ਅਧੀਨ ਆਉਂਦੇ ਸੀਗੇ। ਸਾਡੀ ਜ਼ਮੀਨ ਤੇ ਬਣਿਆ, ਸਾਡੇ ਵਾਸਤੇ ਬਣਿਆ। 1948 ਚ ਕਨਸੀਵ ਕੀਤਾ ਗਿਆ। ਪੰਜਾਬ ਦੀ ਰਾਜਧਾਨੀ ਬਣਿਆ, ਜਿੱਦਾਂ ਕਹਿਤਾ ਪੇਰੈਂਟ ਸਟੇਟ। ਜਦੋਂ ਵੀ ਝਗੜਾ ਹੋਇਆ 2 ਸਟੇਟਾਂ ਵਿੱਚ, ਕੋਈ ਵੀ ਕੈਪੀਟਲ ਜਿਹੜਾ ਸੀਗਾ ਉਹ ਪੇਰੈਂਟ ਸਟੇਟ ਨੂੰ ਰਿਟਰੀਵ ਹੋਇਆ, ਚਾਹੇ ਉਹ ਬੰਬੇ ਹੋਵੇ ਜਾਂ ਹੋਰ ਤੁਸੀਂ ਕੋਟ ਕੀਤੇ ਬਹੁਤ ਸਾਰੇ ਆਪਣੇ ਕੈਪੀਟਲ। ਤੇ ਪੰਜਾਬ ਦਾ ਕਿਉਂ ਜੀ? ਔਰ ਪੰਜਾਬ ਨੂੰ ਆਪਣੀ ਜ਼ੁਬਾਨ ਤੇ ਆਧਾਰਿਤ ਸੂਬਾ ਲੈਣ ਵਾਸਤੇ ਲੜਨਾ ਪਿਆ, ਫਿਰ ਜੇਲ੍ਹਾਂ 'ਚ ਜਾਣਾ ਪਿਆ, ਧੱਕੇ ਖਾਣੇ ਪਏ। ਤੇ ਜਿਨ੍ਹਾਂ ਸੂਬਿਆਂ ਨੇ ਕੋਈ ਸੂਬਾ ਮੰਗਿਆ ਨਹੀਂ ਉਹਨੂੰ ਉਦਾਂ ਬੈਠੇ ਮਿਲ ਗਿਆ। ਹਿਮਾਚਲ ਐਂਡ ਹਰਿਆਣਾ, ਦੇ ਨੈਵਰ ਆਸਕ ਫॉर ਅ ਸਟੇਟ। ਔਰ ਜਿਹੜੀ ਸਾਡੀ ਅਸੀਂ ਆਪਣੀ ਰਾਜਧਾਨੀ ਬਣਾਈ, ਇਟਸ ਲਾਈਕ ਅ ਵਰਲਡ ਕਲਾਸ ਸਿਟੀ। ਜੇ ਤੁਸੀਂ ਇੱਥੇ ਜ਼ਿਕਰ ਕੀਤਾ ਸੀ ਦੁਨੀਆ ਦੇ ਸ਼ਹਿਰਾਂ ਵਿੱਚ ਚੰਡੀਗੜ੍ਹ ਦਾ ਨਾਮ ਉਹਦੇ 'ਚ ਦਰਜ ਆ, ਇਦਾਂ ਹੀ ਚੱਲ ਜਾਣ ਦੇਾਂਗੇ ਅਸੀਂ। ਔਰ 60-40 ਦਾ ਅਨੁਪਾਤ ਇਹਨਾਂ ਨੇ ਪਹਿਲਾਂ ਡੈਮੇਜ ਕੀਤਾ ਜਾਣ ਕੇ। ਇਹ ਸਿਰਫ ਜਿੱਦਾਂ ਪ੍ਰਤਾਪ ਉਹਨਾਂ ਨੇ ਕਿਹਾ ਕਿ ਇਹ ਹੌਲੀ ਹੌਲੀ ਚੈੱਕ ਕਰ ਰਹੇ ਨੇ ਆਪਣੇ ਵਾਟਰਸ, ਇਹ ਸਹੀ ਲੈਂਦੇ ਨੇ ਤੇ ਕਰ ਦਿਓ, ਹੋਰ ਸਹੀ ਲੈਂਦੇ ਨੇ ਹੋਰ ਕਰ ਦਿਓ। ਇਹ ਹੁਣ ਆਪਣਾ ਇਮਤਿਹਾਨ ਆ ਸਾਰਾ। ਇਸ ਵਿਧਾਨ ਸਭਾ ਦੇ ਮਗਲੀਆਂ ਨੂੰ ਛੱਡ ਦਿਓ, ਜੋ ਉਹਨਾਂ ਨੇ ਕੀਤਾ, ਗਲਤੀਆਂ ਕੀਤੀਆਂ ਨਹੀਂ ਕੀਤੀਆਂ, ਉਸ ਛੱਡ ਦਿਓ 1 ਮਿੰਟ ਵਾਸਤੇ। ਇਹ ਆਪਣਾ ਇਮਤਿਹਾਨ ਹੈ ਕਿ ਜੇ ਤਾਂ ਆਪਾਂ ਇਸ ਨੂੰ ਲੌਜੀਕਲ ਕੰਕਲੂਜਨ ਤੇ ਲੈ ਕੇ ਜਾਵਾਂਗੇ ਤੇ ਲੋਕ ਕਹਿਣਗੇ ਹਾਂ ਬਈ ਇਹ ਜਿਹੜਾ ਸਦਨ ਸੀਗਾ ਇੱਥੇ ਕਾਬਿਲ ਆਦਮੀ ਆਏ ਨੇ ਤੇ ਅੱਛੀ ਗੱਲਾਂ ਕੀਤੀਆਂ ਇਹਨਾਂ ਨੇ। ਤੇ ਜੇ ਅਸੀਂ ਵੀ ਕਹਿ ਦਾਂਗੇ ਕੰਪਰੋਮਾਈਜ਼ ਕਰ ਲਾਂਗੇ ਤੇ ਫਿਰ ਸਾਨੂੰ ਵੀ ਉਹੀ ਪੁਰਾਣਿਆਂ ਵਿੱਚ ਗਿਣਿਆ ਜਾਵੇਗਾ। ਇਸ ਤੋਂ ਇਲਾਵਾ ਕੰਕਲੂਡ ਕਰੋ ਖੈਰਾ ਸਪੀਕਰ ਸਾਹਿਬ, ਜਿਹੜੇ ਦੂਜੇ ਪਾਸੇ ਬੋਲੇ ਸੀ ਉਹਨਾਂ ਦਾ ਟਾਈਮ ਦੇਖੋ ਜਰਾ। ਟਾਈਮ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਆ। ਤੁਸੀਂ ਥੋੜਾ ਜਿਹਾ ਦੇਖੋ, ਯੂ ਆਰ ਅ ਵੈਰੀ ਫੇਅਰ ਪਰਸਨ ਐਜ਼ ਫਾਰ ਐਜ਼ ਆਈ ਨੋ ਯੂ, ਆਈ ਨੋ ਯੂ ਪਰਸਨਲੀ ਆਲਸੋ। ਬਿਲਕੁਲ ਫੇਅਰ, ਬਿਲਕੁਲ ਫੇਅਰ ਦੀ ਪਰਸਨ। ਥੋੜਾ ਜਿਹਾ ਟੋਲਰੇਟ ਕਰੋ ਜੀ। ਸਪੀਕਰ ਸਾਹਿਬ, ਔਰ ਰਾਜੀਵ ਲੌਂਗੋਵਾਲ ਵਾਲੀ ਵੀ ਆ ਗਈ। ਪ੍ਰਾਈਮ ਮਿਨਿਸਟਰ ਨੇ ਪ੍ਰੋਮਿਸ ਕੀਤਾ ਸੀਗਾ, ਮਤਲਬ ਇਹ ਕੋਈ ਛੋਟੇ ਮੋਟੇ ਕਿਸੇ ਦੁਕਾਨਦਾਰ ਨੇ ਪ੍ਰੋਮਿਸ ਨਹੀਂ ਕੀਤਾ ਕਿ ਮੁੱਕਰ ਗਿਆ ਸ਼ਾਮ ਨੂੰ, ਸਵੇਰੇ ਸੌਦਾ ਵੇਚਿਆ ਸ਼ਾਮ ਨੂੰ ਮੁੱਕਰ ਗਿਆ। ਇਹ ਉੱਥੇ ਫੇਰ ਨਹੀਂ ਆਨਰ ਹੋਇਆ। ਔਰ ਦ ਵਰਸਟ ਥਿੰਗ ਇਸ ਕਿ ਜੇ ਬੀਜੇਪੀ ਨੇ ਇਹ ਮਸਲਾ ਲੈ ਕੇ ਆਉਣਾ ਸੀਗਾ, ਇਸ ਨੂੰ ਸਾਰਿਆਂ ਨੂੰ ਪੁੱਛਦੇ, ਜਿਹੜੇ ਸਟੇਕ ਹੋਲਡਰਸ ਸੀਗੇ। ਪੰਜਾਬ ਦੀ ਸਰਕਾਰ ਨੂੰ ਪੁੱਛਦੇ, ਹਰਿਆਣਾ ਨੂੰ ਵੀ ਫਰਜ਼ੀ ਪੁੱਛ ਲੈਂਦੇ ਬੁਲਾ ਕੇ, ਉਹਨਾਂ ਤਾਂ ਮੋਹਰੀ ਲਾਉਣੀ ਸੀਗੀ। ਤੁਹਾਨੂੰ ਪੁੱਛਦੇ ਬੁਲਾ ਕੇ ਕਿ ਆ ਅਸੀਂ ਸੈਂਟਰਲ ਰੂਲਸ ਇੱਥੇ ਲਾਗੂ ਕਰਨ ਲੱਗੇ ਆ, ਸਾਰੇ EMPLOYEES ਨੂੰ ਅਸੀਂ ਆਪਣੇ ਅਧੀਨ ਕਰਨ ਲੱਗੇ ਆ, ਕੀ ਤੁਸੀਂ ਸਹਿਮਤ ਹੋ? ਕਿਸੇ ਨੂੰ ਪੁੱਛਿਆ ਨਹੀਂ। ਦਿਸ ਇਜ਼ ਐਬਸੋਲਿਊਟਲੀ erroneous, it's unilateral, it's dictatorial, it's undemocratic, it's unconstitutional and 100% unacceptable to the people of Punjab and will remain so. ਹੁਣ ਆ ਗਈ ਗੱਲ ਜੀ EMPLOYEES ਦੀ। EMPLOYEES ਦੇ ਬਾਰੇ ਕਹਿ ਰਹੇ, ਮੁੱਢਾ ਉਹਨਾਂ ਦੇ EMPLOYEES ਦਾ ਰੱਖ ਲਿਆ। ਕਿੰਨੇ ਕੁ EMPLOYEES ਆ ਚੰਡੀਗੜ੍ਹ ਦੇ ਵਿੱਚ? ਪੰਜਾਬ ਦੀ ਕਿੰਨੀ ਆਬਾਦੀ, ਪੰਜਾਬ ਦੀ ਵਸੋਂ ਚੰਡੀਗੜ੍ਹ 'ਚ ਕਿੰਨੀ ਰਹਿੰਦੀ ਹੈ, ਸਾਡੇ ਸਟੇਕਸ ਕੀ ਨੇ, ਸਾਡਾ ਇਹਦੇ 'ਚ ਇਨਵੈਸਟਮੈਂਟ ਕੀ ਹੈ, ਕਿਸੇ ਨੇ ਨਹੀਂ ਪੁੱਛਿਆ। EMPLOYEES ਚਾਹੁੰਦੇ ਸੀ। ਤੇ ਸਪੀਕਰ ਸਾਹਿਬ, ਇੱਕ ਵਾਰੀ ਇਸ ਮਤੇ 'ਚ ਕਿਤੇ ਦੇਖੋ ਕਿ ਚੰਡੀਗੜ੍ਹ ਤਾਂ ਪਹਿਲਾਂ ਹੀ ਯੂਨੀਅਨ ਟੈਰੀਟਰੀ ਆ, ਤੁਹਾਡੇ ਅਧੀਨ ਹੀ ਹੈਗਾ। ਤੁਹਾਨੂੰ ਕੌਣ ਰੋਕਦਾ? ਤੁਸੀਂ EMPLOYEES ਨੂੰ ਭਾਵੇਂ 7ਵਾਂ ਪੇ ਕਮਿਸ਼ਨ ਬਣਾ ਦਿਓ, ਹੋਰ 3-4 ਹੋਰ ਇਕੱਠੇ ਦੇ ਦਿਓ, ਸਾਨੂੰ ਕੀ ਇਤਰਾਜ਼ ਆ? ਜਿੰਨੀ ਤਨਖਾਹ ਦੇਣੀ ਚਾਹੁੰਦੇ ਤੁਸੀਂ ਦੇ ਦਿਓ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ। ਬਟ ਔਨ ਦ pretext that because employees are saying so, therefore we are imposing central rules on Chandigarh, this is absolutely unacceptable. It has no logic at all. It is bereft of any wise thinking. Therefore ਅਸੀਂ ਸਾਰੇ ਇਕੱਠੇ ਹੋ ਕੇ ਜਿੰਨੇ ਅਸੀਂ ਇਧਰਲੇ ਪਾਸੇ ਵੀ ਬੈਠੇ ਆ ਜਾਂ ਬਾਕੀ ਉਧਰ ਵੀ ਬੈਠੇ ਆ, ਇਸ ਬੀਜੇਪੀ ਦੇ ਜਿਹੜਾ ਮਨਸੂਬਾ ਹੈ, ਜੋ ਅਗਰ ਆਪਾਂ ਅੱਜ ਨਾ ਅਪੋਜ਼ ਕੀਤਾ, ਮੇਰੀ ਗੱਲ ਯਾਦ ਰੱਖਣਾ, ਉਹ ਆਪਾਂ ਨੂੰ ਹੌਲੀ ਹੌਲੀ, ਕਿਉਂਕਿ ਆਪਾਂ ਤਾਂ ਲੜਨਾ ਨਾ, ਆ ਜਿਹੜਾ ਅੰਦੋਲਨ ਹੋਇਆ, ਮਾਫ ਕਰਨਾ, ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਲੂਟ ਆ, ਪਰ ਬੇਸਿਕਲੀ ਇਹ ਅੰਦੋਲਨ ਜਿਹੜਾ ਸੀਗਾ ਇਹ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਸੀਗਾ। ਸਿਰਫ ਇਸ ਕਰਕੇ ਕਿ ਉਹੀ ਸਪਿਰਿਟ ਜਿਹੜੀ ਸਾਡੇ 'ਚ ਭਰੀ ਹੋਈ ਸੀ, ਉਸੇ ਅੰਦੋਲਨ ਨੇ ਜਿੱਤ ਪ੍ਰਾਪਤ ਕੀਤੀ। ਉਹਨਾਂ ਨੂੰ ਚੁੱਭਿਆ, ਉਹ ਇਲੈਕਸ਼ਨ ਵੇਲੇ ਉਹਨਾਂ ਨੇ ਵਾਪਸ ਤਾਂ ਲੈ ਲਏ ਕਾਨੂੰਨ, ਲੇਕਿਨ ਉਹਨਾਂ ਨੇ ਮਨ ਦੇ ਅੰਦਰ ਸੀਗਾ ਕਿ ਹੁਣ ਇਹਨਾਂ ਨੂੰ ਕਿੱਦਾਂ ਬੰਦੇ ਬਣਾਉਣਾ। ਬੰਦੇ ਬਣਾਉਣ ਦੀ ਨੀਤੀ ਜਿਹੜੀ ਆ ਇਹ ਬਹੁਤ ਮਾੜੀ ਆ।
ਔਰ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਔਰ ਮੇਰੀ ਸਪੀਕਰ ਸਾਹਿਬ ਤੁਹਾਡੇ ਜ਼ਰੀਏ ਇੱਕ ਸਰਕਾਰ ਨੂੰ, ਚੀਫ ਮਿਨਿਸਟਰ ਸਾਹਿਬ ਨੂੰ ਆ, ਇਹ ਨਾ ਹੋਵੇ ਆਪਾਂ ਮਤਾ ਪਾਸ ਕਰਕੇ ਆਪਣੀ ਜ਼ਿੰਮੇਵਾਰੀ ਜਿੱਦਾਂ ਪਹਿਲਾਂ ਮਤੇ ਪੇ ਕੇ ਛੱਡ ਦਿੱਤਾ, ਨਹੀਂ, ਇਸ ਨੂੰ ਆਪਾਂ ਪੂਰਾ ਲੜਾਂਗੇ। ਇੱਥੇ ਬਾਹਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲੋ, ਰਾਸ਼ਟਰਪਤੀ ਨੂੰ ਮਿਲੋ, ਜਿਹਨੂੰ ਮਿਲਣਾ ਮਿਲ ਲਓ, ਨਹੀਂ ਮੰਨਦੇ ਪਹਿਲਾਂ ਪੀਐਮ ਦੇ ਘਰ ਦੇ ਬਾਹਰ ਧਰਨਾ ਲਾਓ, 117 ਬੰਦੇ, ਨੈਸ਼ਨਲ ਇੰਟਰਨੈਸ਼ਨਲ ਮੀਡੀਆ ਫੋਕਸ ਔਨ ਦਿਸ ਡਿਮਾਂਡ। ठीक है जो ਉੱਥੇ ਦਿੱਲੀ ਵਿੱਚ ਜਾਣੇ, ਇੱਕ ਮਿੰਟ ਸਪੀਕਰ ਸਾਹਿਬ, ਇੱਥੇ ਬਸ ਨਹੀਂ, ਇਹਦੀ ਕੋਈ ਅੱਛੀ ਐਜੀਟੇਸ਼ਨ ਪਲਾਨ ਕਰੋ। ਕੋਈ ਜ਼ਰੂਰੀ ਨਹੀਂ ਆਪਾਂ ਹਜੂਮ ਬਹੁਤ ਇਕੱਠਾ ਕਰਕੇ ਜਾਣਾ ਵਾ, ਰਿਪਰੈਜ਼ੈਂਟੇਟਿਵ ਕੈਰੈਕਟਰ ਵਿੱਚ ਤੁਸੀਂ ਐਜੀਟੇਟ ਕਰੋਗੇ, ਅੱਜ ਦੇ ਯੁੱਗ ਵਿੱਚ ਬਹੁਤ ਉਹਦੀ ਕੀਮਤ ਆ। ਔਰ ਇਹਦੇ ਨਾਲ ਨਾਲ ਸਾਈਮਲਟੇਨੀਅਸਲੀ ਐਜੀਟੇਸ਼ਨ ਐਂਡ ਸਾਈਮਲਟੇਨੀਅਸਲੀ ਦ ਲੀਗਲ ਰੂਟ ਹੈਜ਼ ਟੂ ਬੀ ਟੇਕਨ। ਉਹ ਤੁਸੀਂ ਸੁਪਰੀਮ ਕੋਰਟ ਵਿੱਚ ਤਿਆਰੀ ਕਰੋ। ਆਪਣੇ ਐਡਵੋਕੇਟ ਜਨਰਲ ਸਾਹਿਬ, ਇੱਕ ਮਿੰਟ ਲਾਸਟ ਕਹਿਣ ਲੱਗਾ ਪਲੀਜ਼, ਮੈਂ ਕਿਹੜਾ ਰੋਜ਼ ਇੱਥੇ ਬੋਲਣਾ, ਆਪਾਂ ਇੱਕ ਦਿਨ ਦਾ ਸੈਸ਼ਨ ਹੈ। ਸਪੀਕਰ ਸਾਹਿਬ, ਸੁਪਰੀਮ ਕੋਰਟ ਦਾ ਰੁਖ ਕਰੋ, ਅੱਛੇ ਤੁਹਾਡੇ ਜਿਹੜੇ ਮਾਈਂਡਸ ਨੇ ਉਹਨਾਂ ਨੂੰ ਬਿਠਾਓ ਔਰ ਉਹਨਾਂ ਨੂੰ ਕਹੋ ਕਿ ਉੱਥੇ ਪਟੀਸ਼ਨ ਪਾਉਣ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਇਸੇ ਸਦਨ ਚ ਪਾਸ ਹੋਇਆ ਸੀਗਾ। ਕਿੰਨੇ ਸਾਲ ਲੰਘ ਗਏ ਨੇ? 4 ਤੇ 22, ਅੰਦਾਜ਼ਾ ਲਾ ਲਓ ਕਿੰਨੇ, 18-20 ਸਾਲ ਲੰਘ ਗਏ ਨੇ ਕਿ ਸਾਡੇ ਦਰਿਆਈ ਪਾਣੀ ਦਾ ਠੱਲ ਪੈ ਗਈ ਸੀ ਜੀ। ਇਸ ਤਰ੍ਹਾਂ ਨਾਲ ਅਗਰ ਆਪਾਂ ਲੀਗਲ ਕੋਈ ਰੂਟ ਲਵਾਂਗੇ ਤਾਂ ਉਹਦੇ ਚ ਆਪਣੇ ਸਾਡੇ ਇੰਟਰਸਟ ਬਹਾਲ ਰਹਿਣਗੇ। ਇਸ ਮਤੇ ਦੀ ਮੈਂ 100% ਦੀ ਸਪੋਰਟ ਕਰਦਾ ਵਾਂ ਔਰ ਜਿੱਥੇ ਵੀ ਤੱਕ ਤੁਸੀਂ ਲੜੋਗੇ ਅਸੀਂ ਤੁਹਾਡੇ ਨਾਲ ਇੱਕ ਕਦਮ ਅੱਗੇ ਚੱਲ ਕੇ ਤੁਹਾਡੇ ਨਾਲ ਇਸ ਲੜਾਈ ਵਿੱਚ ਹਿੱਸਾ ਪਾਵਾਂਗੇ। ਇਸ ਤੋਂ ਇਲਾਵਾ ਸਪੀਕਰ ਸਾਹਿਬ, ਮਾਨਯੋਗ ਮੈਂਬਰ, ਦੋ ਛੋਟੀਆਂ ਗੱਲਾਂ ਕਹਿੰਦੀਆਂ। ਸਪੀਕਰ ਮੁੱਖ ਮੰਤਰੀ ਸਾਹਿਬ ਆ ਗਏ, ਇੱਕ ਮਿੰਟ ਜੀ। ਮੁੱਖ ਮੰਤਰੀ ਸਾਹਿਬ ਨੇ ਸੁਣਿਆ ਜੀ ਤੁਹਾਡਾ, ਚੀਫ ਮਿਨਿਸਟਰ ਨਹੀਂ ਜਿਹਨੇ ਉਹ ਸੁਣਾਉਣਾ ਨਹੀਂ, ਉਹ ਗੱਲ ਹੋਰ ਹੈ। ਸਪੀਕਰ ਸਾਹਿਬ, ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਨਾ ਦੋ ਇਨਸੀਡੈਂਟਸ ਬੜੇ ਇੰਪੋਰਟੈਂਟ ਨੇ। ਇੱਕ ਦਿੱਲੀ ਕਟੜਾ ਜਿਹੜਾ ਐਕਸਪ੍ਰੈਸ ਵੇ ਚੱਲ ਰਿਹਾ ਨਾ ਤੁਹਾਡੇ ਸੰਗਰੂਰ ਚੋਂ ਲੰਘ ਕੇ ਜਾ ਰਿਹਾ ਜੀ, ਉਹਦੇ ਚ ਕੀ ਹੋ ਰਿਹਾ ਕਿ, ਇੱਕ ਮਿੰਟ ਜੀ ਸਪੀਕਰ ਸਾਹਿਬ ਪਲੀਜ਼ ਡੋਂਟ ਗੈਟ ਦ ਵੌਇਸ ਜੀ। ਉਹ ਲੁਧਿਆਣਾ ਜਿਹੜਾ ਨਾ ਜੀ, ਮੈਨੂੰ ਕੱਲ ਉੱਥੇ ਲੋਕਾਂ ਨੇ ਬਹੁਤ ਦੱਸਿਆ ਕਿ ਜਿਹੜਾ ਪੱਦੀ ਭਗਵਾਨਪੁਰਾ ਪਿੰਡ, ਇੱਕ ਗੱਲ ਇੱਕ ਸਪੀਕਰ ਜਿੰਨੀ ਦੇਰ ਤੁਸੀਂ ਰੋਕਣੇ ਹੁੰਦੇ ਕਹਿ ਦੇਣੀ ਮੈਂ ਜੀ, ਪੱਦੀ ਭਗਵਾਨਪੁਰਾ ਪਿੰਡ ਜਿਹੜਾ ਲੁਧਿਆਣੇ ਨਾ, ਇਹ ਸਾਊਥ ਸਿਟੀ ਦੇ ਲਾਗਿਓਂ ਸ਼ਹਿਰ ਹੈ, ਸ਼ਹਿਰ ਚੋਂ ਲੰਘ ਰਹੀ ਜੀ। ਉਹ ਹੁਣ ਕੀ ਕਰ ਰਿਹਾ ਹੈ ਕੇਂਦਰ ਦੀ ਸਰਕਾਰ, ਜਿਹੜੇ ਪੈਸੇ ਆਮ ਪਿੰਡੂ ਹਲਕਿਆਂ ਵਿੱਚ 50, 60, 70 ਲੱਖ ਰੁਪਏ ਕੰਪਨਸੇਸ਼ਨ ਦੇ ਰਿਹਾ, ਉਹੀ ਲੁਧਿਆਣਾ ਦੇ ਸਾਊਥ ਸਿਟੀ ਦੇ ਵਿੱਚ ਜਿੱਥੇ 3-4 ਕਰੋੜ ਨੂੰ ਏਕੜ ਹੈਗਾ, ਉਹ ਬੜੇ ਵਿਚਾਰੇ ਕਿਸਾਨ ਨੇ, ਔਖੇ ਨੇ, ਉਹਨਾਂ ਦੀ ਗੱਲ ਤੁਸੀਂ ਜ਼ਰੂਰ ਸੁਣਨਾ। ਇੱਕ ਟਰੱਕ ਯੂਨੀਅਨ ਤੇ ਜਿਹੜਾ ਹਮਲਾ ਮਾਨ ਸਾਹਿਬ, ਉਹ ਤੁਹਾਡੇ ਤੇ ਰਿਫਲੈਕਟ ਹੋਣਾ ਵਾ, ਉਹ ਕਿਸੇ ਐਮਐਲਏ ਤੇ ਨਹੀਂ ਜਾਣਾ, ਉਹਨਾਂ ਤਾਂ ਜੋ ਕਰਨਾ ਸੀ ਕਰ ਦਿੱਤਾ। ਬਸ ਇੰਨੀ ਗੱਲ ਹੀ ਮੈਂ ਕਰਨੀ ਕਿ ਉਹਨੂੰ ਠੀਕ ਕਰੋ। ਔਰ ਜਿਹਨਾਂ ਲੋਕਾਂ ਨੂੰ ਬਹੁਤ ਧੰਨਵਾਦ ਖਹਿਰਾ ਸਾਹਿਬ। ਮੈਂ ਮਾਨਯੋਗ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਸਮਾਂ ਹਾਊਸ ਦੀ ਸਟਰੈਂਥ ਦੇ ਮੁਤਾਬਕ ਦਿੱਤਾ ਜਾਣਾ।